दोस्तों स्टूडियो में आप सबका स्वागत। आज तो मैं कहांगा जय माता दी, क्योंकि आज मैं कितना गल तुहाडी करान जा रहे हैं। मेरे स्पेशल स्टार ने संदीप सूद, हमेशा ही भगती च लगे रहंदे ने, भगती दे गीत गांदे ने ते आज स्पेशल एक मुलाकात साडे स्टार संदीप सूद जी नाल। संदीप जी तुहाडा स्टूडियो च बहुत बहुत स्वागत। अरे जय माता की वरुण भैया, कैसे हो आप? बहुत बड़ी अच्छे देर के जी। बाद जलंधर में मिले थे। प्रेस कॉन्फ्रेंस जो आपने करवाई थी उसमें मिले थे हम। ਸੰਦੀਪ ਜੀ ਕਿੱਦਾਂ ਕਿ ਤੁਸੀਂ ਪੂਰੀ ਦੁਨੀਆ ਦੇ ਵਿੱਚ ਸ਼ੋਅਸ ਕਰਦੇ ਹੋ ਐਂਡ ਤੁਹਾਡੇ ਜਦ ਵੀ ਤੁਹਾਡਾ ਕਾਲ ਆਉਂਦਾ ਤੇ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਜੈ ਮਾਤਾ ਦੀ ਨਿਕਲਦਾ ਹੈ। ਇਸ ਕਰਕੇ ਅਸੀਂ ਵੀ ਤੁਹਾਡੇ ਇਸ ਚੀਜ਼ ਨੂੰ ਹੋ ਜਾਂਦੇ ਹਾਂ ਕਿ ਕਿਹੜੀ ਤੁਸੀਂ ਇਹ ਫੀਲਡ ਦੇ ਵਿੱਚ ਆਏ ਆ। ਸਪੈਸ਼ਲੀ ਸਿੰਗਿੰਗ ਦੀ ਦੁਨੀਆ 'ਚ ਤਾਂ ਕਾਫੀ ਸਾਰੀ ਚੀਜ਼ਾਂ ਹੈਗੀਆਂ, ਫੈਲਿਆ ਹੋਇਆ ਸਿੰਗਿੰਗ, ਲੇਕਿਨ ਤੁਸੀਂ ਸਪੈਸ਼ਲੀ ਭਗਤੀ ਦੀ ਲਾਈਨ ਵੱਲ ਗਏ, ਭਗਤੀ ਦੇ ਗਾਣੇ ਚੁਣੇ। ਇਹਦਾ ਕੀ ਰੀਜ਼ਨ ਸੀਗਾ? ਵਰੁਣ ਐਸਾ ਹੈ ਜੈਸੇ ਹਰ ਗੱਲ ਦੇ ਵਿੱਚ ਜਿੱਦਾਂ ਸਫਲਤਾ ਮਿਲਦੀ ਹੈ ਤਾਂ ਇਹ ਨਹੀਂ ਕਿ ਅਸੀਂ ਗਾਣੇ ਨਹੀਂ ਗਾਏ, ਅਸੀਂ ਗਾਣੇ ਵੀ ਗਾਏ ਆ ਪਹਿਲਾਂ। ਲੇਕਿਨ ਇਹ ਹੈ ਕਿ ਜਦੋਂ ਅਸੀਂ ਭੇਟਾਂ ਗਾਣੀਆਂ ਸ਼ੁਰੂ ਕੀਤੀਆਂ ਸਾਨੂੰ ਬਹੁਤ ਜ਼ਿਆਦਾ ਨਾ ਉਹਦਾ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ ਔਰ ਉਹ ਸਾਡੇ ਲਈ ਇੱਕ ਬਹੁਤ ਵੱਡੀ ਓਪਰਚੁਨਿਟੀ ਵੀ ਸੀਗੀ ਔਰ ਬਹੁਤ ਵੱਡੀ ਗੱਲ ਵੀ ਸੀਗੀ। ਔਰ ਭੇਟਾਂ ਜਿਹੜੀਆਂ ਸੀਗੀਆਂ ਸਾਰੀਆਂ ਹੀ ਬਹੁਤ ਲੋਕਾਂ ਨੇ ਲਾਈਕ ਕੀਤੀਆਂ, ਪਸੰਦ ਕੀਤੀਆਂ ਔਰ ਇੱਥੇ ਇੰਡੀਆ 'ਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤੀਆਂ। ਤਾਂ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੈ। ਸੋ ਉਹ ਫਿਰ ਇਹ ਕਿਹਾ ਜਾ ਸਕਦਾ ਬਸ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਲੱਗ ਗਏ ਤੇ ਲੱਗ ਗਏ ਤਾਂ ਫਿਰ ਲੱਗੇ ਹੀ ਰਹੇ, ਫਿਰ ਹੋਰ ਕਿਸੇ ਪਾਸੇ ਜਾਣ ਨੂੰ ਦਿਲ ਹੀ ਨਹੀਂ ਕੀਤਾ। ਕਿਹੜਾ ਤੁਹਾਡਾ ਗਾਣਾ ਸੀਗਾ? ਭਗਤੀ ਸਾਗਰ ਪਰ ਵੀ ਆਏ ਹੈ, ਟੀ ਸੀਰੀਜ਼ ਨੇ ਉਹਨੂੰ ਰਿਲੀਜ਼ ਕੀਤਾ ਐਂਡ ਉਹਦੇ ਬਾਰੇ ਤੁਸੀਂ ਦੱਸੋਗੇ? ਉਹਦੀਆਂ ਦੋ ਲਾਈਨਾਂ ਹੋ ਜਾਣ ਪਹਿਲਾਂ ਤਾਂ। ਵਰੁਣ ਸਭ ਤੋਂ ਪਹਿਲਾਂ ਆਪਾਂ 1999 ਦੇ ਵਿੱਚ ਐਲਬਮ ਕੀਤੀ ਸੀਗੀ 1999 ਮੇਰੇ ਘਰ ਦਾਤੀ ਨੇ ਆਣਾ। 1999 ਮੇਰੇ ਘਰ ਦਾਤੀ ਨੇ ਆਣਾ। ਪਰ ਇਹ ਹੈ ਕਿ ਉਸ ਐਲਬਮ ਨੂੰ ਕਰਨ ਦੇ ਵਿੱਚ ਮੈਂ ਬੜੀਆਂ ਟੀ ਸੀਰੀਜ਼ ਦੀਆਂ ਮਿੰਨਤਾਂ ਪਾਈਆਂ ਸੀਗੀਆਂ, ਕੰਪਨੀ ਦੀਆਂ ਮਿੰਨਤਾਂ ਪਾਈਆਂ ਸੀਗੀਆਂ, ਬੜਾ ਉਹਨਾਂ ਪਿੱਛੇ ਘੁੰਮਿਆ। ਤਾਂ ਜਿੱਦਾਂ ਫਸਟ ਬ੍ਰੇਕ ਲੈਣ ਨੂੰ ਬੜਾ ਕੁਝ ਕਰਨਾ ਪੈਂਦਾ ਨਾ, ਉਹ ਆਪਾਂ ਕੀਤਾ। ਲੇਕਿਨ ਇਹ ਹੈ ਕਿ ਉਹ ਜਦੋਂ ਐਲਬਮ ਆਈ ਸੀਗੀ ਉਹ ਐਲਬਮ ਸੁਪਰ ਹਿੱਟ ਰਹੀ ਸੀਗੀ। ਉਹਦੇ ਵਿੱਚ ਸੀਗਾ ਗਾਣੇ ਸੀ ਮੈਨੂੰ ਮਨ ਮਨ ਚੜਿਆ ਚਾਅ ਜੇ ਮੇਰੇ ਘਰ ਦਾਤੀ ਨੇ ਆਉਣਾ ਜੀ, ਫਿਰ ਆ ਮੇਰੇ ਘਰ ਆ ਮਾਤਾ, ਫਿਰ ਸੀਗਾ कश्मीर है मेरी दाती का यहाँ वश ना चलेगा पापी का, लाख लगा ले जोर वो दुश्मन मारा जाएगा, भारत का कश्मीर कोई भी छू ना पाएगा जी, ये भी ਉਹਦੇ ਵਿੱਚ ਸੀਗੀ ਔਰ ਇਹ ਸੁਪਰ ਹਿੱਟ ਰਿਹਾ ਸੀ। ਫਿਰ ਬਾਬੁਲ ਤੇਰੀ ਲਾਡੋ ਚੱਲੀ ਪਰਦੇਸਾਂ ਸੁਪਰ ਡੂਪਰ ਹਿੱਟ ਇਹ ਭੇਟ ਰਹੀ, ਇਹ ਬੇਟੀਆਂ ਦੇ ਲਈ ਭੇਟ ਸੀਗੀ ਗਾਈ। ਇਹ ਭੇਟ ਸੁਪਰ ਡੂਪਰ ਐਦਾਂ ਨਹੀਂ ਚੱਲਣਾ ਸੰਦੀਪ ਜੀ, ਇੱਕ ਭੇਟ ਪਹਿਲਾਂ ਗਾ ਕੇ ਸੁਣਾਓ। ਐਦਾਂ ਨਹੀਂ ਚੱਲਣਾ, ਤੁਸੀਂ ਤਾਂ ਲਾਈਨ ਲਗਾਤੀ ਹੈ, ਝੜੀ ਲਗਾਤੀ ਹੈ, ਅਸੀਂ ਤੁਹਾਨੂੰ ਸੁਣਨਾ ਜ਼ਰੂਰ ਚਾਹਾਂਗੇ। ਅਰੇ 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 ਵਰੁਣ ਮੈਨੂੰ ਬੜੀ ਖੁਸ਼ੀ ਹੋਊਗੀ। ਸਾਰੀ ਦੁਨੀਆ ਸਭ ਤੋਂ ਪਹਿਲਾਂ ਤਾਂ ਮੈਂ ਵਰੁਣ ਤੁਹਾਡਾ ਥੈਂਕਸ ਕਰਦਾ ਹਾਂ। ਤੁਸੀਂ ਵੀ ਖੁਦ ਇਸ ਫੀਲਡ ਦੇ ਵਿੱਚ ਬੜੀ ਸਟਰਗਲ ਕੀਤੀ ਹੈ। ਜਲੰਧਰ ਆਪਾਂ ਤੁਹਾਨੂੰ ਦੇਖਦੇ ਹੁੰਦੇ ਤੋਂ ਆਫਿਸਰਸ ਦੇ ਬੱਚਿਆਂ ਨੂੰ ਤੁਸੀਂ ਕੋਰੀਓਗ੍ਰਾਫ ਕਰਦੇ ਸੀਗੇ ਔਰ ਬੜੀ ਮਿਹਨਤ ਕਰਕੇ ਤੁਸੀਂ ਇੱਥੇ ਤੱਕ ਪਹੁੰਚੇ। ਪਰ ਅੱਜ ਅਸੀਂ ਤੁਹਾਨੂੰ ਇੱਥੇ ਦੇਖ ਕੇ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ, ਆਪਣੀ ਰੂਹ ਖੁਸ਼ ਹੋ ਜਾਂਦੀ ਹੈ। ਮਿਹਨਤ ਦਾ ਅਗਰ ਕਿਸੇ ਨੂੰ ਫਲ ਮਿਲੇ ਨਾ ਤਾਂ ਉਹਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਔਰ ਮੈਂ ਬੜਾ ਥੈਂਕਫੁਲ ਹਾਂ ਤੁਹਾਡਾ ਕਿ ਅੱਜ ਅਸੀਂ ਤੁਹਾਡੇ ਰੂਬਰੂ, ਤੁਹਾਡੇ ਜ਼ਰੀਏ ਫਰੈਂਡਸ ਵਰਲਡ TV ਦੇ ਜ਼ਰੀਏ ਅਸੀਂ ਤੁਹਾਡੇ ਸਾਰਿਆਂ ਦੇ ਰੂਬਰੂ ਹੋਏ, ਸਾਰੀ ਆਡੀਅנס ਦੇ ਰੂਬਰੂ ਹੋਏ। ਤਾਂ ਮੈਂ ਚੰਦ ਲਾਈਨਾਂ ਆਪਣੀ ਭੇਟ ਦੀਆਂ ਸੁਣਾ ਰਿਹਾ ਤੁਹਾਨੂੰ। ਤੂੰ ਮੁਝੇ ਦੇਤੀ ਹੈ ਤੂੰ ਨੀ ਮਾਂ, ਤੂੰ ਮੁਝੇ ਦੇਤੀ ਹੈ काम मेरा चलता है, तेरे टुकड़ों पे मेरा खानदान पलता है। जब तक बाजार में थे कोई पूछता न था, जब तक बाजार में थे कोई पूछता न था, अरे तूने खरीद के चिंतपूर्णिमा संदीप सूद को वरुण तिवाड़ी को अनमोल कर दिया, तेरा ही दिता खावा माँ चिंतापुरनी, जय जय माँ चिंतापुरनी, जय जय माँ चिंतापुरनी। तू दुख हरनी माँ जय जय माँ, तू सुख करनी माँ जय जय माँ। मैं तेरिया पेटा गावा, मैं तेरिया पेटा गावा माँ चिंतापुरनी, तेरा ही दिता खावा माँ चिंतापुरनी। मेरे घर विच जो कुछ भी है माँ सब तेरी कृपा होई है, तू देवे दे के भुल जावे माँ तेरे जहाना कोई है।
ਤੇਰੇ ਖੇਡ ਨਿਰਾਲੇ ਮਾਂ ਵੇਖਣ ਵਾਲੇ ਹੋ ਮੈਂ ਮੁੜ ਮੁੜ ਵੇਖਣ ਆਵਾਂ ਮਾਂ ਚਿੰਤਾਪੁਰਨੀ ਤੇਰਾ ਹੀ ਦਿੱਤਾ ਖਾਵਾਂ ਮਾਂ ਚਿੰਤਾਪੁਰਨੀ ਨੀ ਮਾਂ। ਸੰਦੀਪ ਜੀ ਤੁਸੀਂ ਸੱਚੀ ਇੱਥੇ ਬੈਠਾ ਮੈਂ ਲੇਕਿਨ ਚਿੰਤਪੁਰਨੀ ਦੀ ਯਾਦ ਦਿਲਾਤੀ ਹੈ। ਅਸੀਂ ਮੀਨਸ ਕਈ ਚੀਜ਼ਾਂ ਇੱਦਾਂ ਦੀ ਮੈਮਰੀਜ਼ ਹੁੰਦੀਆਂ ਕਿਹੜੀਆਂ ਗੱਲਾਂ 1 ਸੈਕਿੰਡ ਦੀ ਜ਼ਿਹਨ ਦੇ ਵਿੱਚ ਆ ਜਾਂਦੀਆਂ, ਲੇਕਿਨ ਤੁਹਾਡੀ ਆਵਾਜ਼ ਦੇ ਰੀਅਲੀ ਅਸੀਂ ਫੈਨ ਹੋ ਗਏ ਹਾਂ ਤੇ ਫੈਨ ਪਹਿਲੋਂ ਵੀ ਸੀਗੇ, ਪਹਿਲੋਂ ਵੀ ਹੈਗੇ ਆ ਤੇ ਇਟਸ ਯੂ ਆਰ ਵੈਰੀ ਜਿਹੜਾ ਗਾਉਂਦੇ ਹੋ ਨਾ ਤੁਸੀਂ ਬੜੇ ਦਿਲ ਨਾਲ ਗਾਉਂਦੇ ਹੋ। ਇਹਦੇ ਵਿੱਚ ਬਹੁਤ ਹੀ ਪਿਆਰ, ਬਹੁਤ ਹੀ ਭਗਤੀ, ਬਹੁਤ ਹੀ ਵਿਸ਼ਵਾਸ ਆਉਂਦਾ ਹੈ ਤੇ ਜਦ ਤੁਸੀਂ ਗੱਲ ਕਰਦੇ ਹੋ ਤਾਂ ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ। ਸੰਦੀਪ ਜੀ ਤੁਸੀਂ ਕਾਫੀ ਸਾਰੀਆਂ ਮਿਊਜ਼ਿਕ ਐਲਬਮਸ ਕੀਤੀਆਂ, ਤੁਸੀਂ ਕਾਫੀ ਸਾਰੀ ਸ਼ੂਟਿੰਗਸ ਕੀਤੀਆਂ, ਕੋਈ ਇੱਦਾਂ ਦੀ ਗੱਲਬਾਤ, ਕੋਈ ਇੱਦਾਂ ਦੀ ਸ਼ੂਟਿੰਗ ਦੀ ਗੱਲ ਕਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਜਦ ਤੁਸੀਂ ਕਿਹਾ ਹੋਵੇ ਰੱਬਾ ਅੱਜ ਬਚਾ ਲਾ, ਅੱਜ ਮੇਰੀ ਸ਼ੂਟਿੰਗ ਕਢਵਾ ਦੇ, ਵੀ ਅੱਜ ਬੜਾ ਕੋਈ ਇੱਦਾਂ ਦਾ ਪਲ ਕੋਈ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਭਈਆ ਤੁਹਾਨੂੰ ਪਤਾ ਸੁਭਾਸ਼ ਚੰਦੂ ਤੁਹਾਡਾ ਆਪਣਾ ਇੱਥੇ ਜਲੰਧਰ ਸਾਰਾ ਪੰਜਾਬ ਦਾ ਕੰਮ ਦੇਖਦੇ ਨੇ। ਸੁਭਾਸ਼ ਚੰਦੂ ਇੱਕ ਤੁਹਾਡੇ ਜਿਹੜੇ ਮੈਨੇਜਰ ਹੈ ਜਿਨ੍ਹਾਂ ਦੇ ਨਾਲ ਹੁਣ ਗੱਲ ਹੋਈ ਸੀ ਮੇਰੀ, ਉਹ ਆਪਣੀ ਵੀਡੀਓ ਵਗੈਰਾ ਵੀ ਤੁਸੀਂ ਸ਼ੂਟ ਕੀਤੀਆਂ ਸਾਰੀਆਂ। ਇੱਕ ਵਾਰ ਅਸੀਂ ਚਿੰਤਪੁਰਨੀ ਦੇ ਵਿੱਚ ਸ਼ੂਟ ਕਰ ਰਹੇ ਸੀਗੇ ਜੀ, ਤਾਂ ਦਿਨ ਦਾ ਸ਼ੂਟ ਸੀਗਾ, ਤਾਂ ਉਸ ਵੇਲੇ ਥੋੜਾ ਬਾਰਿਸ਼ ਦਾ ਮਾਹੌਲ ਹੋ ਗਿਆ। ਆਪਾਂ ਫਿਰ ਉੱਥੋਂ ਟਾਈਮ ਲਿਆ ਸੀਗਾ SDM ਸਾਹਿਬ ਨੂੰ ਕਹਿ ਕੇ, ਤਾਂ ਉਹ ਸਾਨੂੰ ਇਹ ਸੀਗਾ ਕਿ ਇਹ ਨਾ ਅੱਜ ਪੂਰਾ ਹੋ ਜਾਵੇ। ਫਿਰ ਆਪਾਂ ਚਿੰਤਪੁਰਨੀ ਮਾਤਾ ਰਾਣੀ ਨੂੰ ਐਪਲੀਕੇਸ਼ਨ ਲਾਈ ਵੀ ਮਾਤਾ ਰਾਣੀ ਇਹ ਅੱਜ 1 ਡੇ ਸ਼ੂਟ ਹੈਗਾ ਆ ਤਾਂ ਤੂੰ ਇਹਨੂੰ ਜਲਦੀ ਪੂਰਾ ਕਰਵਾ ਦੇ। ਪਰ ਉਹ ਮਾਤਾ ਰਾਣੀ ਨੇ ਸਾਡੀ ਲਾਜ ਰੱਖੀ। ਮੌਸਮ ਮਤਲਬ ਬਾਰਿਸ਼ ਆਂਦੇ ਰਹਿ ਗਈ, ਕਾਲੀਆਂ ਘਟਾਵਾਂ ਛਾਈਆਂ, ਔਰ ਉਹਦੇ ਵਿੱਚ ਆਪਾਂ ਇੱਕ ਪੇਟ ਸ਼ੂਟ ਕੀਤੀ ਸੀਗੀ। ਉਸ ਤੋਂ ਬਾਅਦ ਮੌਸਮ ਵਧੀਆ ਹੋ ਗਿਆ ਸੀ, ਉਹ ਪੇਟ ਸੀ ਤੈਨੂੰ ਮਾਂ ਬਣਾਵਾਂਗਾ ਤੇਰੇ ਚਰਣੀ ਪੈ ਜਾਵਾਂਗਾ ਹੋ ਤੂੰ ਮਾਂ ਰਵੇਂਗੀ ਮੇਰੀ, ਤੂੰ ਮਾਂ ਰਵੇਂਗੀ ਮੇਰੀ, ਮੈਂ ਤੇਰਾ ਪੁੱਤਰ ਕਾਵਾਂਗਾ ਤੈਨੂੰ ਮਾਂ ਬਣਾਵਾਂਗਾ ਤੇਰੇ ਚਰਣੀ ਪੈ ਜਾਵਾਂਗਾ। ਔਰ ਬਸ ਉਹ ਪਹਿਲਾ ਸ਼ੁਰੂ ਗੁਨਗੁਨਾ ਰਿਹਾ ਸੀਗਾ, ਬਾਰਿਸ਼ ਹਟ ਗਈ ਔਰ ਸ਼ੂਟ ਬਹੁਤ ਬੜੀਆ ਤਰੀਕੇ ਨਾਲ ਹੋਇਆ। ਇੱਕ ਯਾਦਗਾਰੀ ਪਲ ਹੈ ਮੇਰੇ ਲਈ ਤੇ ਬਹੁਤ, ਤੁਹਾਨੂੰ ਪਤਾ ਸਾਰਾ ਤੁਸੀਂ ਤਾਂ ਸਾਡੇ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਹੋ, ਸਾਰਾ ਸੈਟਅਪ ਚੱਕਣਾ ਪੈਂਦਾ, ਫਿਰ ਉਹ ਕਰਨਾ ਪੈਂਦਾ, ਫਿਰ ਦੁਬਾਰਾ ਲਾਉਣਾ ਪੈਂਦਾ। ਪਰ ਉਹ ਪਹਿਲੀ ਗੱਲ ਤਾਂ ਇਹ ਸਿੱਧ ਸ਼ਕਤੀ ਪੀਠ ਮਾਂ ਚਿੰਤਪੁਰਨੀ ਦਰਬਾਰ ਦੇ ਵਿੱਚ ਸੀਗੇ ਤਾਂ ਗੜਬੜ ਤਾਂ ਮਾਤਾ ਰਾਣੀ ਦੇ ਦਰਬਾਰ 'ਚ ਕੋਈ ਹੋ ਨਹੀਂ ਸਕਦੀ ਸੀਗੀ, ਲੇਕਿਨ ਫਿਰ ਵੀ ਉਹ ਥੋੜ੍ਹੀ ਦੇਰ ਦੇ ਲਈ ਸਾਨੂੰ ਇੱਕ ਝਟਕਾ ਲੱਗਾ ਸੀ ਵੀ ਯਾਰ ਕਿਤੇ ਸ਼ੂਟਿੰਗ ਕੈਂਸਲ ਨਾ ਹੋ ਜਾਵੇ। ਮੈਂ ਇਸ ਗੱਲ ਦੇ ਵਿੱਚ ਕਹਾਂਗਾ ਕਿ ਤੁਹਾਡੀ ਕਿਹੜੀ ਪੋਜ਼ਿਟਿਵ ਵੇਵਸ ਆ ਤੇ ਦੂਜਾ ਤੁਹਾਡੀ ਕਿਹੜੀ ਟੀਮ ਹੈ, ਕਿੱਦਾਂ ਕਿ ਤੁਸੀਂ ਸੁਭਾਸ਼ ਜੀ ਦੀ ਗੱਲ ਕੀਤੀ, ਹੀ ਇਜ਼ ਲਾਈਕ ਅ ਵੈਰੀ ਟੈਲੈਂਟਿਡ ਪਰਸਨ, ਵੈਰੀ ਡਾਊਨ ਟੂ ਅਰਥ ਐਂਡ ਬਹੁਤ ਹੀ ਦਿਲ ਨਾਲ ਕੰਮ ਕਰਨ ਵਾਲੇ ਤੇ ਬੜੇ ਪਿਆਰੇ ਇਨਸਾਨ ਨੇ। ਮੈਂ ਇੱਕ ਚੀਜ਼ ਤੁਹਾਡੇ ਨੂੰ ਹੋਰ ਪੁੱਛਣਾ ਚਾਹਾਂਗਾ, ਕਿੱਦਾਂ ਕਿ ਤੁਸੀਂ ਕਿੰਨੇ ਹੀ ਭਜਨ ਗਾਏ ਨੇ, ਕਿੰਨੇ ਹੀ ਗਾਣੇ ਗਾਏ ਨੇ, ਲੇਕਿਨ ਕੋਈ ਇੱਦਾਂ ਦਾ ਪਿਆਰਾ ਐਂਡ ਫੇਵਰਟ ਹੁੰਦਾ ਹੈ ਕਿਹੜਾ ਕਿ ਕਈ ਵਾਰ ਸਾਡਾ ਫੇਵਰਟ ਨਹੀਂ ਹੁੰਦਾ, ਆਡੀਅנס ਨੂੰ ਉਹ ਜ਼ਿਆਦਾ ਪਸੰਦ ਆਉਂਦਾ, ਉਹ ਕਿਹੜਾ ਤੁਹਾਡਾ ਭਜਨ ਹੈ? ਵਰੁਣ ਭਈਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੇਰਾ ਕੋਈ ਵੀ ਭਜਨ, ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਕੋਈ ਵੀ ਭਜਨ ਕਰੀਦਾ ਆਪਾਂ ਉਹਦੀ ਲਿਰਿਕਸ ਬੜੀ ਰਿਚ ਲਈਦੀ ਹੈ ਜੀ, ਕਿਉਂਕਿ ਲਿਰਿਕਸ ਦੇ ਨਾਲ ਹੀ ਸਾਰਾ ਕੁਝ ਹੈਗਾ ਆ। ਇੱਕ ਭਗਤ ਦੀ ਜਾਂ ਕਿਸੇ ਦੀ ਵੀ ਭਾਵਨਾ ਨੂੰ ਅਗਰ ਜੋੜਨਾ ਪਵੇ ਤਾਂ ਸਭ ਤੋਂ ਪਹਿਲਾਂ ਵਰਡਿੰਗ ਚਾਹੀਦੀ ਜੀ। ਔਰ ਇਹ ਗੱਲ ਮੈਂ ਸਿੱਖੀ ਹੈ ਮੇਰੇ ਪਰਮ ਆਦਰਨੀय ਮੇਰੇ ਗੁਰੂ ਨੇ, ਮੇਰੇ ਪਿਤਾ ਨੇ ਆਦਰਨੀय ਸ਼੍ਰੀ ਨਰਿੰਦਰ ਚੰਚਲ ਜੀ, ਉਹਨਾਂ ਨੂੰ ਸੁਣ ਕੇ ਅਸੀਂ ਗਾਣਾ ਸਿੱਖਿਆ, ਉਹਨਾਂ ਨੂੰ ਫੋਲੋ ਕਰਕੇ ਮੈਂ ਇੱਥੇ ਤੱਕ ਪਹੁੰਚਿਆ। ਔਰ ਜਦੋਂ ਉਹਨਾਂ ਨੂੰ ਅਸੀਂ ਸੁਣਦੇ ਹਾਂ ਤਾਂ ਉਹਨਾਂ ਦੀਆਂ ਉਹ ਕਿਸ ਬਾਰੀਕੀ ਦੇ ਨਾਲ ਕਿਸ ਰਾਗ ਦੇ ਵਿੱਚੋਂ ਕਿਸ ਰਾਗ ਦੇ ਵਿੱਚ ਆਉਂਦੇ ਨੇ, ਕਿਵੇਂ ਕਰਦੇ ਨੇ, ਉਹ ਅਸੀਂ ਕੋਸ਼ਿਸ਼ ਕਰਦੇ ਰਹੇ। ਲੇਕਿਨ ਇਹ ਹੈ ਕਿ ਉਹ ਕੋਸ਼ਿਸ਼ ਕਰਦੇ ਉਹ ਜਿੰਨੀ ਦੂਰ ਤੱਕ ਜਾਂਦੇ ਆ ਅਸੀਂ ਹਜੇ ਉਨੀ ਦੂਰ ਤੱਕ ਜਾ ਤਾਂ ਨਹੀਂ ਸਕੇ, ਲੇਕਿਨ ਇਹ ਹੈ ਕਿ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ। ਔਰ ਉਹਨਾਂ ਨੂੰ ਗਾਣਾ ਬਹੁਤ ਟਫ ਹੈ ਔਰ ਆਪਾਂ ਉਹਨਾਂ ਨੂੰ ਗਾਣ ਦੀ, ਉਹਨਾਂ ਵਰਗਾ ਗਾਣ ਦੀ ਕੋਸ਼ਿਸ਼ ਕਰੀਦੀ ਹੈ। ਔਰ ਮੇਰੇ ਸਿਰ 'ਤੇ ਉਹਨਾਂ ਦਾ ਹੱਥ ਵੀ ਹੈਗਾ ਹੈ ਪਾਪਾ ਜੀ ਦਾ, ਸੋ ਇਸ ਕਰਕੇ ਆਪਾਂ ਵੀ ਉਹਨਾਂ ਦੀ ਕਦਮ ਚਿੰਨ੍ਹਾਂ 'ਤੇ ਚੱਲੇ ਹੋਏ ਹਾਂ। ਜਿਵੇਂ ਉਹ ਲਿਰਿਕਸ ਬੜੀ ਰਿਚ ਹੁੰਦੀ ਪਾਪਾ ਜੀ ਦੀ, ਅਸੀਂ ਵੀ ਕੋਸ਼ਿਸ਼ ਕਰੀਦੀ ਕਿ ਅਸੀਂ ਜਿਹੜੀਆਂ ਪੇਟਾਂ ਦੀ ਲਿਰਿਕਸ ਲਈਏ ਨਾ ਉਹ ਬਹੁਤ ਰਿਚ ਲਈਏ। ਹੁਣ ਦੇਖੋ ਮੈਨੂੰ ਮਨ ਚੜਿਆ ਚਾਜ ਮੇਰੇ ਘਰ ਦਾਤੀ ਨੇ ਆਉਣਾ, ਮੇਰੇ ਘਰ ਦਾਤੀ ਨੇ ਆਉਣਾ, ਮੈਨੂੰ ਮੈਂ ਮਾਂ ਦਾ ਦਰਸ਼ਨ ਪਾਣਾ, ਇਹ ਮੇਰੀ ਨਹੀਂ ਹਰੇਕ ਦੀ ਹੈ। ਕੋਈ ਜਗਰਾਤਾ ਕਰਾਉਂਦਾ, ਕੋਈ ਭਗਤ ਨਹੀਂ ਜਗਰਾਤਾ ਕਰਵਾਉਂਦੀ ਹੈ, ਉਹਨੂੰ ਇਹ ਹੁੰਦਾ ਕਿ ਮੇਰੇ ਘਰ ਦਾਤੀ ਨੇ ਆਉਣਾ। ਫਿਰ ਤਾਂ ਹੋਰ ਲੈ ਲਓ ਜਿੱਦਾਂ ਹੈਗੀ ਆ
ਇੱਕ ਮੈਂ ਭੇਟ ਲਿਖੀ ਸੀ, ਮਾਤੇਸ਼ ਜੀ ਹੈਗੇ ਨੇ ਦਿੱਲੀ ਦੇ ਵਿੱਚ, ਬੜੇ ਅੱਛੇ ਰਾਈਟਰ ਨੇ, ਬਹੁਤ ਬੜੀਆ ਲਿਖਦੇ ਨੇ ਔਰ ਉਹਨਾਂ ਦੀ ਭਾਵਨਾ ਹੈ। ਉਹ ਭੇਟ ਉਹਨਾਂ ਨੇ ਲਿਖੀ ਸੀਗੀ, ਮੈਂ ਲੜ ਫੜਿਆ ਏ ਤੇਰਾ ਕੋਈ ਹੋਰ ਨਹੀਂ ਮਾਂ ਮੇਰਾ, ਤੇਰੇ ਹੁੰਦਿਆਂ ਮਾਂ ਝੰਡਿਆਂ ਵਾਲੀ, ਤੇਰੇ ਹੁੰਦਿਆਂ ਮਾਂ ਝੰਡਿਆਂ ਵਾਲੀ, ਨਾ ਬਣੇ ਤਮਾਸ਼ਾ ਮੇਰਾ, ਮੈਂ ਲੜ ਫੜਿਆ ਏ ਤੇਰਾ ਕੋਈ ਹੋਰ ਨਹੀਂ ਮਾਂ ਮੇਰਾ, ਤੇਰਾ ਦਿੱਤਾ ਖਾਈਦਾ, ਤੇਰਾ ਦਿੱਤਾ ਪਾਈਦਾ, ਹੋ ਤੇਰਾ ਦੁਆਰਾ ਛੱਡ ਕੇ ਅੰਮੀਏ, ਤੇਰਾ ਦੁਆਰਾ ਛੱਡ ਕੇ ਅੰਮੀਏ, ਹੋਰ ਕਿਤੇ ਨਹੀਂ ਜਾਈਦਾ, ਮੈਂ ਲੜ ਫੜਿਆ ਏ ਤੇਰਾ ਕੋਈ ਹੋਰ ਨਹੀਂ ਮਾਂ ਮੇਰਾ। ਹੁਣ ਜਿਨ੍ਹਾਂ ਨੇ ਮਾਤਾ ਰਾਣੀ ਦਾ ਪੱਲਾ ਫੜਿਆ ਹੈ, ਇਹ ਉਹਨਾਂ ਦੀ ਭਾਵਨਾ ਵੀ ਹੋ ਗਈ, ਤਾਂ ਫਿਰ ਉਹ ਇਸ ਭੇਟ ਨੂੰ ਕਿਉਂ ਨਹੀਂ ਗੁਣਗੁਣਾਉਗੇ ਜਾਂ ਗਾਉਗੇ। ਇਹੀ ਹੈ, ਮਤਲਬ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤਾਰ ਦੇ ਨਾਲ ਤਾਰ ਜੋੜੇ ਜਾਣ, ਔਰ ਬਾਕੀ ਮਾਤਾ ਰਾਣੀ ਦਾ ਹੱਥ ਹੋਵੇ ਤਾਂ ਫਿਰ ਤਾਰ ਦੇ ਨਾਲ ਤਾਰ ਤਾਂ ਆਪਣੇ ਆਪ ਹੀ ਜੁੜ ਜਾਂਦੇ ਆ। ਸੰਦੀਪ ਜੀ, ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਕਿ ਤਾਰ ਨਾਲ ਤਾਰ ਆਪਣੇ ਆਪ ਜੁੜ ਜਾਂਦੇ ਆ, ਲੇਕਿਨ ਇੱਕ ਚੀਜ਼ ਹੈ ਕਿ ਤੁਸੀਂ ਜਿਸ ਟਾਈਮ ਭਗਤੀ ਦੀ ਲਾਈਨ ਦੇ ਵਿੱਚ ਜਾਂਦੇ ਹੋ, ਅਗਰ ਮੈਂ ਤੁਹਾਡੀ ਪਰਸਨਲ ਲਾਈਫ ਦੀ ਗੱਲ ਕਰਾਂ ਕਿ ਕਈ ਜਗ੍ਹਾ 'ਤੇ ਕੀ ਡਿਫਰੈਂਸ ਕਰਨਾ ਪੈਂਦਾ ਹੈ ਜਾਂ ਹੋ ਜਾਂਦਾ ਹੈ, ਜਾਂ ਲੋਕੀ ਤੁਹਾਡੇ ਤੋਂ ਮੰਗਦੇ ਨੇ ਕਿ ਲੋਕੀ ਤੁਹਾਨੂੰ, ਅਗਰ ਤੁਸੀਂ ਭਗਤੀ ਦੇ ਇਕੱਲੇ ਗਾਣੇ ਗਾਉਂਦੇ ਹੋ ਤਾਂ ਲੋਕੀ ਤੁਹਾਨੂੰ ਉੱਦਾਂ ਦਾ ਹੀ ਦੇਖਣਾ ਚਾਹੁੰਦੇ ਨੇ, ਤੁਸੀਂ ਉਹਦੀ ਫੀਲਡ ਤੋਂ ਬਾਹਰ ਜਾਣਾ ਚਾਹੁੰਦੇ ਹੋ ਜਾਂ ਕਈ ਵਾਰ ਨਹੀਂ ਜਾਣਾ ਚਾਹੁੰਦੇ, ਕਿ ਕਿੱਦਾਂ ਦੀ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ? ਰਿਸਟ੍ਰਿਕਸ਼ਨਸ ਵਰੁਣ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਅਸੀਂ ਸਟੇਜ 'ਤੇ ਜਦੋਂ ਪਰਫਾਰਮ ਕਰਨਾ ਹੋਵੇ ਨਾ ਜੀ, ਇਹ ਵੀ ਗੱਲ ਅਸੀਂ ਚੰਚਲ ਜੀ ਕੋਲ ਸਿੱਖੀ ਹੈ, ਜਦੋਂ ਸਟੇਜ 'ਤੇ ਅਸੀਂ ਪਰਫਾਰਮ ਕਰਨਾ ਹੋਵੇ ਤਾਂ ਸਾਨੂੰ ਇਹ ਨਹੀਂ ਹੈ ਕਿ ਸਾਡੇ ਦਿਲ ਦੇ ਵਿੱਚ ਜੋ ਹੈਗਾ ਆਪਾਂ ਉਹ ਗਾਈਏ ਜੀ, ਉਹਦੇ ਵਿੱਚ ਜਿਹੜੀ ਆਡੀਅנס ਬੈਠੀ, ਸਾਨੂੰ ਉਹਦਾ ਮੂਡ ਦੇਖਣਾ ਪੈਂਦਾ ਵੀ ਉਹ ਕੀ ਸੁਣਨਾ ਚਾਹੁੰਦੀ ਹੈ ਸਾਡੇ ਕੋਲ ਜੀ। ਜਿਵੇਂ ਹੁਣ ਸਪੋਜ਼ ਕਰੋ ਆਡੀਅנס ਨੱਚ ਰਹੀ ਹੈ ਜਾਂ ਕਲੈਪਿੰਗ ਕਰ ਰਹੀ ਹੈ, ਤਾਂ ਉਸ ਵੇਲੇ ਸਾਨੂੰ ਉਸ ਤਰ੍ਹਾਂ ਦਾ ਮੈਟਰ ਸੁਣਾਉਣਾ। ਹਾਂ, ਜਿਸ ਵੇਲੇ ਅਸੀਂ ਉਹਨੂੰ ਦੇਖੀਦਾ ਹੈ ਕਿ ਹੁਣ ਥੋੜ੍ਹੀ ਸੀਰੀਅਸ ਜਾਂ ਕੁਛ ਇੱਦਾਂ ਸੁਣਨਾ ਚਾਹੀਦਾ, ਫਿਰ ਅਸੀਂ ਉਸ ਤਰ੍ਹਾਂ ਦੀ ਭੇਟ ਗਾਈ ਦੀ। ਤਾਂ ਉਹ ਕੋਸ਼ਿਸ਼ ਕਰੀਦੀ ਹੈ ਕਿ ਆਡੀਅנס ਦੇ ਹਿਸਾਬ ਨਾਲ ਚੱਲੀਏ, ਕਿਉਂਕਿ ਅਗਰ ਤੁਹਾਨੂੰ ਪਤਾ ਬਈ ਅਗਰ ਕਿਸੇ ਵੀ ਆਰਟਿਸਟ ਨੂੰ, ਕਿਸੇ ਵੀ ਐਕਟਰ ਨੂੰ ਅਗਰ ਕੋਈ ਅੱਗੇ ਲਿਆਂਦਾ ਹੈ ਤਾਂ ਆਡੀਅנס ਲਿਆਂਦੀ ਹੈ। ਸੋ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਆਡੀਅנס ਨੂੰ ਉਸ ਤਰ੍ਹਾਂ ਦੀ ਚੀਜ਼ ਸੁਣਾਈਏ ਜਿਸ ਤਰ੍ਹਾਂ ਦੀ ਚੀਜ਼ ਉਹ ਸੁਣਨਾ ਚਾਹੁੰਦੇ ਨੇ। ਨਹੀਂ, ਇਹ ਗੱਲ ਤੁਸੀਂ ਬਹੁਤ ਸਹੀ ਕਹੀ, ਕਿਦਾ ਤੁਹਾਡੇ ਗੁਰੂ ਜੀ ਨੇ ਤੁਹਾਨੂੰ ਸਿਖਾਇਆ ਐਂਡ ਤੁਸੀਂ ਉਸੀ ਰਾਹ 'ਤੇ ਚੱਲ ਰਹੇ ਹੋ। ਸਿੱਧਾ ਕਹਿੰਦੇ ਆ ਕਿ ਤੁਸੀਂ ਚੰਚਲ ਜੀ ਦਾ ਇੱਕ ਰੂਪ ਹੋ, ਉਹਨਾਂ ਵਾਂਗ ਤੁਸੀਂ ਸ਼ੋਜ਼ ਕਰਦੇ ਹੋ। ਅਤੇ ਇੱਕ ਚੀਜ਼, ਹੁਣ ਕਿਹੜੀ ਦੁਨੀਆ ਦੇ ਵਿੱਚ ਇਹ ਕੋਵਿਡ-19 ਆਇਆ ਹੈ, ਇਹਨੇ ਕਾਫੀ ਚੀਜ਼ਾਂ ਨੂੰ ਇਫੈਕਟ ਕੀਤਾ। ਇਫੈਕਟ ਇਸ ਤਰੀਕੇ ਨਾਲ ਕੀਤਾ, ਕਿਹੜੇ ਕੰਮ ਚੱਲ ਰਹੇ ਸੀਗੇ ਸਲੋ ਡਾਊਨ ਹੋ ਗਏ, ਰੁਕ ਗਏ ਨੇ। ਕੀ ਤੁਹਾਨੂੰ ਲੱਗ ਰਿਹਾ ਕੀ ਫਿਊਚਰ ਹੋਏਗਾ? ਵਰੁਣ, ਸਭ ਤੋਂ ਪਹਿਲਾਂ ਤਾਂ ਆਪਾਂ ਪਾਪਾ ਜੀ ਦੇ ਚਰਨਾਂ ਦੀ ਧੂਲ ਆ, ਚੰਚਲ ਜੀ ਦੇ ਚਰਨਾਂ ਦੀ ਧੂਲ ਆ। ਅਸੀਂ ਉਹਨਾਂ ਦਾ ਰੂਪ ਤਾਂ ਕੀ, ਅਸੀਂ ਉਹਨਾਂ ਦੇ ਮਤਲਬ ਮੈਂ ਤਾਂ ਜਦੋਂ ਮੈਨੂੰ ਮਿਲਦੇ ਆ ਆਪਾਂ ਉਹਨਾਂ ਦੇ ਚਰਨਾਂ ਦੇ ਵਿੱਚ ਬਹਿ ਜਾਈਦਾ ਜੀ, ਗੋਡੇ ਫੜ ਲਈਦੇ ਆ ਤਾਂ ਕੁੱਟਣ ਲੱਗ ਪਈਦੇ ਆ ਜੀ। ਦੂਸਰੀ ਗੱਲ, ਇਹ ਜਿਹੜੀ ਮਹਾਮਾਰੀ ਕੋਵਿਡ-19 ਆਇਆ ਹੈਗਾ, ਇਹ ਤਾਂ ਹੁਣ ਮਤਲਬ ਇਹ ਟਾਈਮ ਹੈਗਾ ਕਿ ਖੁਦ ਨੂੰ ਪੋਜ਼ਿਟਿਵ ਰੱਖਿਆ ਜਾਵੇ ਜੀ, ਕਿਉਂਕਿ ਸਾਡਾ ਪੂਰਾ ਕੰਮ ਡਿਸਟਰਬ ਹੋ ਗਿਆ ਜੀ। ਮੈਂ ਤੁਹਾਨੂੰ ਪਤਾ ਹੀ 28 ਮਾਰਚ ਨੂੰ ਆਪਾਂ ਤੁਹਾਡੇ ਕੋਲ ਆਉਣਾ ਸੀ, ਸਿਡਨੀ ਆਉਣਾ ਸੀਗਾ ਜੀ, ਔਰ ਉਸ ਤੋਂ ਬਾਅਦ ਜੂਨ ਦੇ ਵਿੱਚ ਕੈਨੇਡਾ ਜਾਣਾ ਸੀ, USA ਜਾਣਾ ਸੀਗਾ, ਉਹ ਸਾਰੇ ਟੂਰ ਤਾਂ ਕੈਂਸਲ ਹੋ ਹੀ ਗਏ, ਪਲੱਸ ਇੱਥੇ ਜਿੰਨੇ ਪ੍ਰੋਗਰਾਮ ਸੀਗੇ ਸਾਰੇ ਉਹ ਵੀ ਕੈਂਸਲ ਹੋ ਗਏ। ਲੇਕਿਨ ਇੱਕ ਮੈਂ ਮਾਨ ਸਾਹਿਬ ਨੂੰ ਬੜਾ ਸੁਣਦਾ ਹੁੰਦਾ, ਉਹਨਾਂ ਨੇ ਇੱਕ ਕਿਹਾ ਆ, ਕਹਿੰਦਾ ਆ ਨੀ ਕੁੜੀਏ ਜਿਉਂ ਜੋਗੀਏ, ਸਾਈਕਲ ਦਾ ਮੁੱਲ ਹੋਇਆ, ਪਹਿਲੀ ਨੇਕ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ। ਤਾਂ ਉਹ ਫਕੀਰ ਕਹਿੰਦਾ ਹੈ, ਕਹਿੰਦਾ ਅਰੇ ਮੂਰਖ ਮਹਾਮੂਰਖ तुम क्या लाए थे जो कि है अब खोया, वो साइकिल लेके गाड़ी देगा तू क्या जाने मोया। और ਤੁਹਾਨੂੰ ਪਤਾ ਵੀ ਹੈ ਸਾਈਕਲ ਅਗਰ ਜਾਊਗਾ ਤਾਂ ਹੀ ਮੋਟਰਸਾਈਕਲ ਆਊਗਾ, ਮੋਟਰਸਾਈਕਲ ਜਾਊਗਾ ਵੇਚਾਂਗੇ ਤਾਂ ਹੀ ਗੱਡੀ ਆਊਗੀ। ਸੋ ਮੈਂ ਤਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਆ ਹੈ, ਔਰ ਮੇਰੀ ਸਾਰਿਆਂ ਨੂੰ ਇਹ ਅਪੀਲ ਵੀ ਹੈ ਔਰ ਇਹ ਰਿਕੁਐਸਟ ਵੀ ਹੈ ਕਿ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਹੈ, ਨੋ ਡਾਊਟ ਇੱਦਾਂ ਦਾ ਦੁੱਖ ਕਦੇ ਨਹੀਂ ਆਇਆ, ਲੇਕਿਨ ਇੱਦਾਂ ਦੀ ਮਹਾਮਾਰੀ ਆਈ ਵੀ ਹੈ, ਪਹਿਲਾਂ ਵੀ ਆਈ ਹੈ, ਲੇਕਿਨ ਇਹਨੇ ਤਾਂ ਸਾਰੇ ਹੀ ਹਰ ਬਿਜ਼ਨਸ ਚੌਪਟ ਕਰਤਾ, ਸਭ ਕੁਛ ਹੀ ਚੌਪਟ ਕਰਤਾ। ਔਰ ਇਹ ਜਿਹੜੀ ਮਹਾਮਾਰੀ ਦੇ ਕਰਕੇ ਜੋ ਆਪਾਂ ਆਪਣੀ ਨੈਗੇਟਿਵ ਨਹੀਂ ਲੈ ਕੇ ਆਉਣਾ, ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ। ਇਹ ਮੇਰੀ ਫਰੈਂਡਸ ਵਰਲਡ TV
ਆਸਟ੍ਰੇਲੀਆ ਵਾਲਿਆਂ ਨੂੰ, ਸਾਰੀ ਦੁਨੀਆ ਨੂੰ ਇਹ ਰਿਕੁਐਸਟ ਹੈ ਕਿ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। वो साइकिल लेके गाड़ी देगा तू क्या जाने मोया। पता नहीं उन्हें इस तो बाद माता रानी ने, रब ने इस तो बाद की सोचा है कि मैं होर की वो करना है। दुख और सुख तो जिंदगी ਦੇ ਵਿੱਚ ਆਉਂਦਾ ਹੀ ਹੈ ਕਿ ਨਹੀਂ ਵਰੁਣ? ਸੰਦੀਪ ਜੀ, ਤੁਹਾਡੇ ਨਾਲ ਇਹ ਚੀਜ਼ਾਂ ਸੁਣ ਕੇ, ਕਈ ਪੋਜ਼ਿਟਿਵ ਮੈਸੇजेस ਸੁਣ ਕੇ ਬਹੁਤ ਸਾਰੀਆਂ ਇੱਦਾਂ ਦੀਆਂ ਲੱਗਦੀਆਂ ਕਿ ਸਹੀ ਗੱਲ ਹੈ, ਤੁਸੀਂ ਤਾਂ ਰੱਬ ਨਾਲ ਜੁੜੇ ਹੋਏ ਹੋ, ਹਮੇਸ਼ਾ ਹੀ ਰੱਬ ਦਾ ਨਾਮ ਲੈਂਦੇ ਹੋ ਤੇ ਸਾਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹੋ ਸਾਰਿਆਂ ਨੂੰ। ਤੇ ਅਗਰ ਜਾਂਦੇ ਜਾਂਦੇ ਤੁਸੀਂ ਮੈਸੇਜ ਦੇਣਾ ਹੋਵੇ ਤੇ ਮੈਸੇਜ ਹੋਵੇ ਤੁਹਾਡੀ ਇੱਕ ਭਜਨ ਦੇ ਨਾਲ, ਤਾਂ ਕੀ ਜਾਂਦੇ ਜਾਂਦੇ ਕਹੋਗੇ? ਪਹਿਲੇ ਤਾਂ ਵਰੁਣ ਭਈਆ, ਮਾਤਾ ਰਾਣੀ ਨੂੰ ਇਹ ਪ੍ਰਾਰਥਨਾ ਹੈ, ਇਹ ਵੀ ਭੇਟ ਮੈਂ ਆਪਣੀ ਖੁਦ ਗਾਈ ਸੀਗੀ। ਇਹ ਭੇਟ ਇੱਕ ਰਿਕੁਐਸਟ ਹੈ ਮਾਤਾ ਰਾਣੀ ਨੂੰ, ਉਹ ਭੇਟ ਮੈਂ ਤੁਹਾਨੂੰ ਸੁਣਾ ਰਿਹਾ। ਉੱਠ ਜਾਗ ਜ਼ਰਾ ਏ ਨਾ ਪਿੰਡੀਆਂ ਚੋਂ, ਤੇਰਾ ਲਾਲ ਜਗਾ ਬਣਿਆ ਏ, ਕੀ ਹਾਲ ਹੋਇਆ ਮੇਰੀ ਜਿੰਦੜੀ ਦਾ, ਮਾਂ ਤੈਨੂੰ ਸੁਣਾ ਬਣਿਆ ਏ। ਮੈਂ ਰੋਵਾਂ ਤੇ ਕੁਰਲਾਵਾਂ ਮਾਂ, ਤੈਨੂੰ ਦਿਲ ਦਾ ਹਾਲ ਸੁਣਾਵਾਂ ਮਾਂ, ਕੁਝ ਵੀ ਨਾ ਲਿਆਇਆ ਪੇਟ ਤੇਰੀ, ਹੰਝੂਆਂ ਦੀ ਪੇਟ ਚੜਾਵਾਂ ਮਾਂ। ਮੈਂ ਹਰ ਮੰਗਲਵਾਰ, ਵਰੁਣ ਤੁਹਾਨੂੰ ਪਤਾ ਹੀ ਹੈ, ਚਿੰਤਪੁਰਨੀ ਦਰਬਾਰ ਅਸੀਂ ਹਰ ਮੰਗਲਵਾਰ ਜਾਈਦਾ। ਸਾਲ ਵਿੱਚ ਮੈਂ ਔਰ ਮੇਰੀ ਵਾਈਫ ਆਪਾਂ 2 ਵਾਰ ਪੈਦਲ ਜਾਈਦਾ। ਲੇਕਿਨ ਇਹ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਅਸੀਂ ਹੁਣ ਮਾਤਾ ਰਾਣੀ ਨੂੰ ਮਿਲਣ ਨਹੀਂ ਜਾ ਸਕਦੇ। ਆਪਾਂ ਉਹਨਾਂ ਦੇ ਆਲਰੇਡੀ ਚਰਨਾਂ 'ਚ ਹੈ ਜੀ, ਤੇ ਉਹ ਤੁਸੀਂ ਹਮੇਸ਼ਾ ਹੀ ਉਹਨਾਂ ਨੂੰ ਉਸ ਤਰੀਕੇ ਨਾਲ ਰੱਖਿਆ ਹੈ। ਤੇ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮਾਣ ਫੀਲ ਕਰਦਾ ਕਿ ਤੁਸੀਂ ਸਾਨੂੰ ਵੀ ਉੱਧਰ ਮੋੜ ਲੈਂਦੇ ਹੋ ਪਿਆਰ ਦੇ ਨਾਲ, ਕਿ ਅਸੀਂ ਵੀ ਪੂਰੀ ਚੀਜ਼ ਚਾਹੁੰਦੇ ਹਾਂ ਕਿ ਜਦ ਵੀ ਇਹ ਇੰਡੀਆ ਪਹੁੰਚੀਏ, ਤੁਹਾਡੇ ਕੋਲ ਪਹੁੰਚੀਏ, ਤਾਂ ਉੱਥੇ ਜ਼ਰੂਰ ਆਈਏ ਐਂਡ ਤੁਹਾਡੇ ਨੂੰ ਵੀ ਮਿਲਣਾ ਹੋ ਜਾਏ। ਅਰੇ ਤੁਹਾਨੂੰ ਮਿਲ ਕੇ ਤਾਂ ਸਾਨੂੰ ਉਹਦੇ ਬੜੀ ਖੁਸ਼ੀ ਹੁੰਦੀ, ਕਿਉਂਕਿ ਤੁਸੀਂ ਇਸ ਮੁਕਾਮ 'ਤੇ ਪਹੁੰਚੇ ਹੋ, ਤੁਸੀਂ ਆਪਣੀ ਸਟਰਗਲ ਦੇ ਕਰਕੇ ਪਹੁੰਚੇ ਹੋ। ਆਪਾਂ ਤੁਹਾਨੂੰ ਦੇਖਦੇ ਹੁੰਦੇ ਸੀ ਜਦੋਂ ਤੁਹਾਡੇ ਕੋਲ VIPs ਦੇ ਬੱਚੇ ਸਿੱਖਣ ਆਉਂਦੇ ਸੀ, ਡਾਂਸ ਸਿੱਖਣ ਆਉਂਦੇ ਸੀ, ਤੁਸੀਂ ਉਹਨਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਸਿਖਾਉਂਦੇ ਸੀ, ਕਦੀ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਉਹ ਨਹੀਂ ਆਇਆ। ਸੋ ਅਸੀਂ ਹੋ ਸਕਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਵੀ ਕਿਹਾ ਵੀ ਅਸੀਂ ਵੀ ਗਾਣਾ ਤਾਂ ਵਧੀਆ ਗਾਣਾ ਹੈ ਔਰ ਹਰੇਕ ਨੂੰ ਆਪਣੇ ਨਾਲ ਜੋੜਨਾ। ਮੈਂ ਵੀ ਤੁਹਾਡੇ ਵਾਂਗੂ ਬਹੁਤ ਸਟਰਗਲ ਕੀਤੀ ਵਰੁਣ। ਮੈਂ ਆਫਿਸਰਸ ਦੇ ਬੱਚਿਆਂ ਨੂੰ ਸਿੰਥੇਸਾਈਜ਼ਰ, ਕੀਬੋਰਡ ਉਹਨਾਂ ਦੇ ਘਰ ਦੇ ਵਿੱਚ ਸਿਖਾਉਣ ਜਾਂਦਾ ਹੁੰਦਾ ਸੀਗਾ ਜੀ। ਔਰ ਆਪਾਂ ਮਿਹਨਤ, ਉਸ ਤੋਂ ਬਾਅਦ ਫਿਰ ਆਪਾਂ ਹੌਲੀ ਗਾਣਾ ਸ਼ੁਰੂ ਕੀਤਾ, ਗਾ ਕੇ ਤਾਂ ਫਿਰ ਹੌਲੀ ਇਸ ਮੁਕਾਮ 'ਤੇ ਪਹੁੰਚ ਗਏ। ਹੁਣ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸਾਨੂੰ 4 ਬੰਦੇ ਜਾਣਦੇ, ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਤੁਹਾਡੇ ਵਰਗੇ ਭਰਾ ਸਾਡੇ ਯਾਰ ਨੇ। ਇੱਦਾਂ ਹੀ ਤਰੱਕੀ ਕਰਦੇ ਰਹੋ ਤੇ ਆਪਾਂ ਜ਼ਿੰਦਗੀ ਭਰ ਸਾਨੂੰ ਆਪਾਂ ਸਾਰੇ ਇਕੱਠੇ ਮਿਲ ਕੇ। ਐਂਡ ਮੈਂ ਇੱਕ ਗੱਲ ਅੱਗੇ ਵੀ ਕਹਿਣਾ ਹੁੰਦਾ ਕਿ ਜਦ ਤੁਸੀਂ ਕਿਹਾ ਕਿ ਤੁਹਾਡੇ ਵਰਗੇ ਯਾਰ ਨੇ, ਮੈਂ ਇੱਕ ਗੱਲ ਅੱਗੇ ਵੀ ਕਹਿਣਾ ਹੁੰਦਾ ਕਿ ਸਾਡੀ ਲਾਈਫ ਦੇ ਵਿੱਚ ਕਿਹੜੇ ਦੋਸਤ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਇਸ ਕਰਕੇ ਮੈਂ ਸਪੈਸ਼ਲੀ, ਤੁਸੀਂ ਸੰਜੂ ਜੀ ਦਾ ਵੀ ਨਾਮ ਲਿੱਤਾ, ਮੈਂ ਉਹਨਾਂ ਨੂੰ ਵੀ ਸ਼ੁਕਰੀਆ ਅਦਾ ਕਰਾਂਗਾ। ਅਤੇ ਕਈ ਇੱਦਾਂ ਦੇ ਦੋਸਤ ਹੁੰਦੇ ਨੇ ਕਾਫੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਲਾਈਫ ਦੇ ਵਿੱਚ, ਬਿਕੋਜ਼ ਫਰੈਂਡਸ ਇੱਕ ਇੱਦਾਂ ਦੀ ਚੀਜ਼ ਹੈ। ਫਰੈਂਡਸ ਵਰਲਡ TV ਇਸੀ ਕਰਕੇ ਅਸੀਂ ਨਾਮ ਰੱਖਿਆ ਆਪਣਾ ਕਿ ਫਰੈਂਡਸ ਦੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਆਪਣੀ ਦੁਨੀਆ ਨੂੰ ਖੁਦ ਹੀ ਕ੍ਰੀਏਟ ਕਰਨਾ, ਖੁਦ ਹੀ ਕਰਨਾ, ਕਿ ਅਸੀਂ ਚੂਜ਼ ਕਰਦੇ ਹਾਂ ਸਾਡਾ ਦੋਸਤ ਕੌਣ ਹੈ, ਕੌਣ ਹੋਏਗਾ ਅਤੇ ਕਦ ਤੱਕ ਰਹੇਗਾ। ਇਹ ਬਹੁਤ ਜ਼ਿਆਦਾ ਇੱਦਾਂ ਦੀ ਚੀਜ਼ ਹੈ ਕਿ ਇਹਦੀ ਗਹਿਰਾਈ ਬਹੁਤ ਹੈ। ਸ਼ਾਇਦ ਮਾਂ ਪਿਓ, ਭੈਣ ਭਰਾ, ਬੱਚੇ, ਵਹੁਟੀ, ਇਹ ਰੱਬ ਨੇ ਪਹਿਲੇ ਪਲਾਨ ਕੀਤੇ ਹੁੰਦੇ ਹੈ, ਲੇਕਿਨ ਇੱਕ ਦੋਸਤ ਹੀ ਇੱਕ ਇੱਦਾਂ ਦੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਖੁਦ ਡਿਸਾਈਡ ਕਰਦੇ ਹਾਂ ਇਹ ਸਾਡਾ ਦੋਸਤ ਬਣੇਗਾ, ਨਹੀਂ ਬਣੇਗਾ, ਕਦ ਤੱਕ ਰਹੇਗਾ ਜਾਂ ਕਦ ਤੱਕ ਅਸੀਂ ਨਿਭਾਣੀ ਹੈ। ਅਤੇ ਸ਼ਾਇਦ ਉਹ ਅੰਦਰੋਂ ਆਵਾਜ਼ ਨਿਕਲਦੀ ਹੈ। ਅਤੇ ਫਰੈਂਡਸ ਵਰਲਡ TV ਦੀ ਤਰਫੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਅਤੇ ਜੈ ਮਾਤਾ ਦੀ। ਤੁਸੀਂ ਇੱਦਾਂ ਹੀ ਕਰਦੇ ਰਹੋ ਅਤੇ ਅਸੀਂ ਵੀ ਤੁਹਾਡੇ ਨਾਲ ਜੈ ਮਾਤਾ ਦੀ ਕਰਦੇ ਰਹੀਏ। ਅਰੇ ਸੇਮ ਟੂ ਯੂ ਭਈਆ, ਜੈ ਮਾਤਾ ਕੀ ਤੁਹਾਨੂੰ। ਤੇ ਦੋਸਤੋ, ਅੱਜ ਸਾਡੀ ਮੁਲਾਕਾਤ ਹੋਈ ਸੰਦੀਪ ਜੀ ਦੇ ਨਾਲ ਤੇ ਇਸੀ ਦੇ ਨਾਲ ਆਪਾਂ ਇਜਾਜ਼ਤ ਲਵਾਂਗੇ। ਜੈ ਮਾਤਾ ਦੀ। One stop answer to your Australian education and visa matters. GEMCO Sydney. Dream big, achieve big.